ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦੀ ਗੱਲ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਮੋਦੀ ਸਰਕਾਰ ਦੇ 8 ਸਾਲ ਪੂਰੇ ਹੋ ਗਏ ਔਰ ਇਸ ਦੇ ਵਿੱਚ ਸਿਹਤ ਖੇਤਰ ਦੇ ਵਿੱਚ ਅਗਰ ਗੱਲ ਕਰੀਏ ਤਾਂ ਇੱਕ ਬਹੁਤ ਵੱਡੇ ਵਿਆਪਕ ਪੱਧਰ ਦੇ ਉੱਤੇ ਕ੍ਰਾਂਤੀ ਜਿਹੜੀ ਆ ਇਹਨਾਂ ਸਾਲਾਂ ਵਿੱਚ ਸਾਨੂੰ ਦੇਖਣ ਨੂੰ ਮਿਲੀ। ਔਰ ਇਸੇ ਲੜੀ ਤਹਿਤ ਕੱਲ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਜਿਹੜਾ ਹੈ ਹੋਲੀ ਭਾਭਾ ਸਾਡਾ ਜਿਹੜਾ ਕੈਂਸਰ ਹਸਪੀਟਲ ਹੈ ਉਸ ਦਾ ਇਨੋਗ੍ਰੇਸ਼ਨ ਜਿਹੜਾ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਕਰਕੇ ਗਏ। ਸੋ ਕਿਸ ਤਰੀਕੇ ਦੇ ਨਾਲ ਇਹ ਨਾਰਦਰਨ ਇੰਡੀਆ ਦੇ ਖਿੱਤੇ ਨੂੰ ਇਸ ਹਸਪੀਟਲ ਦੇ ਦਾ ਫਾਇਦਾ ਹੋਏਗਾ, ਕਿਸ ਤਰੀਕੇ ਨਾਲ ਓਵਰਆਲ ਸਿਹਤ ਜਿਹੜੀਆਂ ਸਾਡੀਆਂ ਸੁਵਿਧਾਵਾਂ ਹੈ ਉਹਨਾਂ ਵਿੱਚ ਕਿਸ ਤਰੀਕੇ ਨਾਲ ਸੁਧਾਰ ਹੋ ਰਿਹਾ। ਸੋ ਇਹ ਸਾਰੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਬੈਠੇ ਹਨ ਡਾਕਟਰ ਅਨੂਪ ਜੀ, ਬਹੁਤ-ਬਹੁਤ ਸਵਾਗਤ ਹੈ, ਜੋ ਕਿ ਨਿੱਜੀ ਖੇਤਰ ਦੇ ਵਿੱਚ ਮਹੱਤਵਪੂਰਨ ਹਸਪੀਟਲ ਦੇ ਮੈਨੇਜਿੰਗ ਡਾਇਰੈਕਟਰ ਨੇ ਔਰ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਨੇ। ਸਵਾਗਤ ਹੈ ਸਰ। ਔਰ ਅਸੀਂ ਚਰਚਾ ਜਿਹੜੀ ਆ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕੱਲ੍ਹ ਦੇ ਜਿਹੜਾ ਸਾਡਾ ਇਨੋਗ੍ਰੇਸ਼ਨ ਸੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਕੀਤਾ, ਉਸ ਦੀ ਇੱਕ ਝਲਕ। ਸੋ ਚਰਚਾ ਸ਼ੁਰੂ ਕਰਦੇ ਹਾਂ। ਅਸੀਂ ਹੁਣੇ ਦੇਖੀ ਝਾਤ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹਸਪੀਟਲ ਹੈ ਇਸ ਦੀ ਕੀ ਕਪੈਸਿਟੀ ਹੈ, ਕਿਸ ਤਰੀਕੇ ਦੇ ਨਾਲ ਇੱਥੇ ਮਰੀਜ਼ਾਂ ਦੀ ਟੇਕ ਕੇਅਰ ਹੋਏਗੀ ਔਰ ਕਿੱਡੇ ਵੱਡੇ ਏਰੀਏ ਦੇ ਵਿੱਚ ਜਿਹੜਾ ਹਸਪੀਟਲ ਜਿਹੜਾ ਬਣਿਆ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਚਰਚਾ ਮੈਂ ਤੁਹਾਡੇ ਨਾਲ ਸ਼ੁਰੂ ਕਰਦਾ ਕਿ ਨਾਰਥ ਇੰਡੀਆ ਦੇ ਵਿੱਚ ਅਗਰ ਕੈਂਸਰ ਦੀ ਗੱਲ ਕਰੀਏ ਤਾਂ ਕੀ ਸਥਿਤੀ ਹੈ, ਕੀ ਡਾਟਾਬੇਸ ਸਾਡੇ ਕੋਲ ਹੈ, ਕਿਸ ਤਰੀਕੇ ਦੀ ਪ੍ਰਵੇਲੈਂਸ ਅਗਰ ਗੱਲ ਕਰੀਏ ਓਵਰਆਲ ਜਿਹੜੀ ਔਰ ਕਿਹੜੇ ਕੈਂਸਰ ਸਾਡੇ ਏਰੀਆ ਦੇ ਵਿੱਚ ਕਾਮਨ ਨੇ। ਸੋ ਇਹਦੇ ਉੱਤੇ ਕੈਂਸਰ ਪੋਪੂਲੇਸ਼ਨ ਦੇ ਵਿੱਚ ਪਰ 100 1.1 to 1.2% ਹੈ ਉਹਦੀ। ਔਰ ਜਿਹੜੇ ਕਾਮਨ ਕੈਂਸਰਸ ਨੇ ਸਾਡੇ ਇੱਥੇ ਉਹ ਹੈਗਾ ਮੂੰਹ ਦਾ ਕੈਂਸਰ ਜੀ, ਬ੍ਰੈਸਟ ਕੈਂਸਰ ਤੇ ਬੱਚੇਦਾਨੇ ਦੇ ਮੂੰਹ ਸਰਵਾਈਕਲ ਕੈਂਸਰ। ਇਹ ਤਿੰਨ ਮੋਸਟ ਕਾਮਨ ਕੈਂਸਰ ਨੇ। ਉਸ ਤੋਂ ਬਾਅਦ ਪ੍ਰੋਸਟੇਟ ਕੈਂਸਰ ਆ ਜਾਂਦਾ, ਕੋਲੋਰੈਕਟਲ ਆਂਤ ਦਾ ਕੈਂਸਰ ਜਿਹਨੂੰ ਅਸੀਂ ਕਹਿੰਦੇ ਉਹ ਆ ਜਾਂਦਾ। ਸੋ ਇਹ ਸਾਡਾ ਪ੍ਰੋਵੇਲੈਂਸ ਹੈਗਾ ਅਪਰੋਕਸੀਮੇਟਲੀ ਜਿਹੜਾ। ਔਰ ਇਹਦੇ ਜਿਹੜੇ ਕਾਰਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਸਭ ਤੋਂ ਵੱਡਾ ਕਾਰਨ ਹੈ ਸਮੋਕਿੰਗ, ਪੋਲਿਊਸ਼ਨ, ਅਲਕੋਹਲ, ਮੋਟਾਪਾ ਜੀ, ਇੰਪਰੋਪਰ ਡਾਇਟ। ਇਹ ਕੁਝ ਕਾਰਨ ਨੇ ਜਿਹੜੇ ਕਿ ਸਾਡੇ ਨਾਰਥ ਇੰਡੀਆ ਦੇ ਵਿੱਚ ਬਹੁਤ, ਔਰ ਸਾਡੇ ਸੈਡੈਂਟਰੀ ਲਾਈਫ ਸਟਾਈਲ ਸਾਡਾ ਬਣ ਗਿਆ। ਅਸੀਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜ਼ਿਆਦਾਤਰ ਪੋਪੂਲੇਸ਼ਨ ਜਿਹੜੀ ਹੈ ਉਹ ਕੋਈ ਐਕਸਰਸਾਈਜ਼ ਨਹੀਂ ਕਰਦੀ, ਮੋਟਾਪਾ ਹੋ ਜਾਂਦਾ। ਔਰ ਮੋਟਾਪਾ ਇੱਕ ਬਹੁਤ ਹੀ ਵੱਡਾ ਕਾਰਨ ਹੈ ਜਿਹੜਾ ਕਿ ਕੈਂਸਰ ਕਰਦਾ ਜੀ। ਸੋ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਬਹੁਤ ਸਾਰੇ ਕਾਰਨ ਨੇ ਜਿਸ ਤਰੀਕੇ ਦੇ ਨਾਲ ਸਾਡੇ ਇਸ ਏਰੀਏ ਦੇ ਵਿੱਚ ਜਿਹੜਾ ਕੈਂਸਰ ਵੱਧਦਾ, ਔਰ ਕਿਤੇ ਨਾ ਕਿਤੇ ਸਾਡਾ ਜਿਹੜਾ ਖਾਣ ਪੀਣ ਆ ਉਹ ਇੱਕ ਬੜਾ ਮਹੱਤਵਪੂਰਨ ਜਿਹੜਾ ਕਾਰਨ ਹੈ। ਸੋ ਇਹ ਕੈਂਸਰ ਦੀ ਟ੍ਰੀਟਮੈਂਟ ਵਾਸਤੇ ਇਹ ਜਿਹੜਾ ਹਸਪੀਟਲ ਹੈ ਇੱਕ ਬਹੁਤ ਮਹੱਤਵਪੂਰਨ ਜਿਹੜਾ ਉਹ ਬਣੇਗਾ। ਔਰ ਆਪਾਂ ਦੇਖਦੇ ਹਾਂ ਜਿਹੜੀ ਡਾਕਟਰ ਜਤਿੰਦਰ ਜੀ ਨੇ ਕੱਲ੍ਹ ਉੱਥੇ ਸੰਬੋਧਿਤ ਕੀਤਾ, ਉਹਨਾਂ ਦੀ ਜਿਹੜੀ ਗੱਲਬਾਤ ਜਿਹੜੀ ਉਹ ਦੇਖਦੇ ਹਾਂ। कुछ दिन पहले ही लाल किले से हम सभी ने अपने देश को विकसित भारत बनाने का संकल्प लिया है। भारत को विकसित बनाने के लिए उसकी स्वास्थ्य सेवाओं का भी विकसित होना उतना ही जरूरी है। जब भारत के लोगों को इलाज के लिए आधुनिक अस्पताल मिलेंगे
आधुनिक सुविधाएं मिलेगी तो वो और जल्दी स्वस्थ होंगे, उनकी ऊर्जा सही दिशा में लगेगी, अधिक प्रोडक्टिव होगी। आज होमी भाभा कैंसर अस्पताल और रिसर्च सेंटर के तौर पर भी देश को एक आधुनिक अस्पताल मिला है। आधुनिक सुविधा के निर्माण में केंद्र सरकार के टाटा मेमोरियल सेंटर ने महत्वपूर्ण भूमिका निभाई है। ये सेंटर देश विदेश में अपनी सेवाएं उपलब्ध कराकर कैंसर के मरीजों का जीवन बचा रहा है। देश में कैंसर की आधुनिक सुविधाओं के निर्माण में भारत सरकार अग्रणी रोल निभा रहा है। मुझे बताया गया है कि टाटा मेमोरियल सेंटर के पास हर साल 1.5 लाख नए मरीजों के इलाज की सुविधा तैयार हो गई है। ये कैंसर मरीजों को बहुत बड़ी राहत देने वाला काम हुआ है। मुझे याद है यहां चंडीगढ़ में हिमाचल के दूर सुदूर के क्षेत्रों से भी लोग कैंसर सहित अनेक गंभीर बीमारियों के इलाज के लिए पीजीआई आते थे। पीजीआई में बहुत भीड़ होने से पेशेंट को भी, उनके परिवारजनों को भी कई परेशानियां रहती थी। अब तो हिमाचल प्रदेश में बिलासपुर में एम्स बन गया है और यहां कैंसर के इलाज के लिए इतनी बड़ी सुविधा बन गई है। जिसको बिलासपुर नजदीक पड़ता है वो वहां जाएगा और जिसको मोहाली नजदीक पड़ता है वो यहां आएगा। ਸੋ ਅਸੀਂ ਦੇਖ ਰਹੇ ਸੀ ਪ੍ਰਧਾਨ ਮੰਤਰੀ ਦਾ ਸੰਬੋਧਨ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਸਾਡਾ ਹਸਪੀਟਲ ਹੈ ਹੋਲੀ ਭਾਭਾ ਜਿਹੜਾ ਕੈਂਸਰ ਟ੍ਰੀਟਮੈਂਟ ਹਸਪੀਟਲ ਹੈ ਔਰ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਕੀ ਫੈਸਿਲਿਟੀਆਂ ਹੋਣਗੀਆਂ ਔਰ ਹੈਲਥ ਕੇਅਰ ਨੂੰ ਕਿਸ ਤਰੀਕੇ ਦੇ ਨਾਲ ਮਜ਼ਬੂਤ ਕੀਤਾ ਜਾ ਸਕਦਾ। ਡਾਕਟਰ ਸਾਹਿਬ, ਮੈਂ ਚੂੰਕਿ ਪ੍ਰਧਾਨ ਮੰਤਰੀ ਨੇ ਇੱਕ ਚੀਜ਼ ਦੇ ਉੱਤੇ ਸਟ੍ਰੈਸ ਦਿੱਤਾ ਕਿ ਵਿਕਸਿਤ ਰਾਸ਼ਟਰ ਵਿੱਚ ਇੱਕ ਚੰਗਾ ਹੈਲਥ ਕੇਅਰ ਸਿਸਟਮ ਜਿਹੜਾ ਉਹ ਪ੍ਰੋਵਾਈਡ ਕਰਨਾ। ਸੋ ਇਸ ਨੂੰ ਅਗਰ ਦੇਖਿਆ ਇਹਦੀ ਭੂਮਿਕਾ ਔਰ ਕਿਸ ਤਰੀਕੇ ਦੇ ਨਾਲ ਇਹ ਓਵਰਆਲ ਪ੍ਰਾਈਮ ਮਿਨਿਸਟਰ ਜੀ ਸਟ੍ਰੈਸ ਦੇ ਰਹੇ। ਇਹ ਪਿਛਲੇ 8 ਸਾਲਾਂ ਤੋਂ ਜਿਹੜਾ ਭਾਰਤ ਸਰਕਾਰ ਨੇ ਹੈਲਥ ਕੇਅਰ ਦੇ ਉੱਪਰ ਬਹੁਤ ਹੀ ਜ਼ਿਆਦਾ ਐਮਫੈਸਿਸ ਦਿੱਤਾ ਔਰ ਉਹ ਹੈਲਥ ਕੇਅਰ ਇੱਕ ਹੋਲਿਸਟਿਕ ਹੈਲਥ ਕੇਅਰ ਦੀ ਤਰ੍ਹਾਂ ਦੇ ਨਾਲ ਉਹਨਾਂ ਨੇ ਇਹਨੂੰ ਸਾਰਾ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ ਆਪਣਾ ਯੋਜਨਾਮਾ। ਔਰ ਇਹਦੇ 'ਚ ਇੱਕ ਬਹੁਤ ਵੱਡੀ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਉਹ ਹੈ ਆਯੁਸ਼ਮਾਨ ਭਾਰਤ ਯੋਜਨਾ। ਔਰ ਹੁਣ ਰੀਸੈਂਟਲੀ ਡਿਜੀਟਲ ਹੈਲਥ ਮਿਸ਼ਨ ਜਿਹੜਾ ਲਾਂਚ ਕੀਤਾ। ਸਾਡੇ ਹੈਲਥ ਕੇਅਰ ਦੇ ਵਿੱਚ ਇੱਕ ਬਹੁਤ ਜਿਹਨੂੰ ਕਹਿੰਦੇ ਕਿ ਸਾਡੇ ਲੋਕ ਜਿਹੜੀ ਪੋਪੂਲੇਸ਼ਨ ਹੈ ਉਹ ਬੜੀ ਲੋਅਰ ਸੋਸ਼ੋ ਇਕਨੋਮਿਕ ਸਟੈਟਾ ਤੋਂ ਇੱਕ ਗਰੀਬ ਤਬਕਾ ਜਿਹੜਾ ਹੈਗਾ ਜਿਹੜਾ ਕਿ ਹੈਲਥ ਕੇਅਰ ਪ੍ਰੋਪਰ ਅਫੋਰਡ ਹੀ ਨਹੀਂ ਕਰ ਸਕਦਾ। ਉਹਦੇ ਵਾਸਤੇ ਜਿਹੜੀ ਆਯੁਸ਼ਮਾਨ ਯੋਜਨਾ ਲਾਂਚ ਹੋਈ ਉਹ ਬੜਾ ਇੱਕ ਬੂਨ ਹੈਗਾ ਸੀਗਾ। ਜਦ ਕਿ ਜਿਹੜਾ ਆਯੁਸ਼ਮਾਨ ਯੋਜਨਾ ਦੇ ਤਹਿਤ ਇੱਕ ਗਰੀਬ ਆਦਮੀ ਜਿਹੜੇ ਜਿੱਦਾਂ ਸਾਡੇ 10 ਕਰੋੜ ਲਾਭਾਰਥੀ ਪਿਛਲੇ 3 ਸਾਲ ਦੇ ਵਿੱਚ ਬਣੇ ਨੇ ਉਹਨਾਂ ਨੇ ਇਸ ਸਕੀਮ ਦਾ ਫਾਇਦਾ ਉਠਾਇਆ ਔਰ ਮੁਫਤ ਇਲਾਜ ਅੱਛੇ ਤੋਂ ਅੱਛੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਨਾਂ ਨੇ ਪਾਇਆ ਜੀ। ਔਰ ਹੁਣ ਜਿਹੜਾ ਡਿਜੀਟਲ ਹੈਲਥ ਮਿਸ਼ਨ ਲਾਂਚ ਹੋਇਆ ਉਹਦੇ ਨਾਲ ਜਿਹੜਾ ਸਾਡਾ ਡਾਟਾਬੇਸ ਹੈ ਉਹ ਬਣ ਜਾਏਗਾ। ਹੁਣ ਅਸੀਂ ਕੀ ਹਾਲੇ ਤੱਕ ਸਾਡੇ ਕੋਲ ਕੀ ਸੀਗਾ ਕਿ ਜਿਹੜਾ ਨੁਕਸਾਨ ਹੁੰਦਾ ਦੇਸ਼ ਦਾ ਹੈਲਥ ਦੇ ਕਾਰਨ ਕਿਸੇ ਬਿਮਾਰ ਹੋਣ ਕਰਕੇ ਛੁੱਟੀ ਲੈਣੀ ਪਈ ਉਹ ਮੈਨ ਆਵਰਸ ਉਹਨੇ ਲੂਜ਼ ਹੋ ਗਏ ਸਾਡੇ। ਅਸੀਂ ਉਹਨੂੰ ਕਿੱਦਾਂ ਪ੍ਰੀਵੈਂਟ ਕਰ ਸਕਦੇ ਹਾਂ ਉਹ ਹੈ ਸਾਡਾ ਇੱਕ अर्ਲੀ ਡਾਇਗਨੋਸਿਸ, अर्ਲੀ ਮੈਨੇਜਮੈਂਟ ਜਾਂ ਟ੍ਰੀਟਮੈਂਟ। ਉਹਦਾ ਜੇ ਸਾਡਾ अर्ਲੀ ਡਾਇਗਨੋਸਿਸ ਹੋ ਜਾਏਗਾ ਉਨਾ ਹੀ ਛੁੱਟੀਆਂ ਜਿਹੜੀਆਂ ਹੈਗਾ ਇੱਕ ਬਿਮਾਰ ਆਦਮੀ ਘੱਟ ਲਏਗਾ
ਔਰ ਦੇਸ਼ ਨਿਰਮਾਣ ਦੇ ਵਿੱਚ ਉਹਦੀ ਕੰਟਰੀਬਿਊਸ਼ਨ ਅੱਛੀ ਰਹੇਗੀ। ਕਿਤੇ ਨਾ ਕਿਤੇ ਇਹ ਯੋਜਨਾਵਾਂ ਜਿਹੜੀਆਂ ਸਾਡੇ ਹੈਲਥ ਕੇਅਰ ਦੇ ਵਿੱਚ ਖਾਸ ਕਰਕੇ ਵਿਕਸਿਤ ਰਾਸ਼ਟਰ ਜਦੋਂ ਅਸੀਂ ਆਪਣੇ ਆਪ ਨੂੰ ਕਹਿਲਾਵਾਂਗੇ ਤਾਂ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸੇ ਕਾਰਜਕ੍ਰਮ ਦੇ ਵਿੱਚ ਸਾਡੇ ਯੂਨੀਅਨ ਹੈਲਥ ਜਿਹੜੇ ਸਾਡੇ ਮਿਨਿਸਟਰ ਨੇ ਫॉर ਐਟੋਮਿਕ ਐਨਰਜੀ ਡਾਕਟਰ ਜਤਿੰਦਰ ਸਿੰਘ ਜੀ ਉਹ ਵੀ ਪਹੁੰਚੇ ਸੀਗੇ। ਉਹਨਾਂ ਨੇ ਕੀ ਸੰਬੋਧਿਤ ਕੀਤਾ ਸੋ ਉਹ ਅਸੀਂ ਸੁਣਦੇ। ਪ੍ਰਧਾਨ ਮੰਤਰੀ ਜੀ, ਤੁਸੀਂ ਜਿਸ ਦਿਨ ਤੋਂ ਇਸ ਮੁਲਕ ਦਾ ਬਾਗਡੋਰ ਸੰਭਾਲੀ ਤੁਸੀਂ ਇੱਕੋ ਗੱਲ ਨੂੰ ਪ੍ਰਾਥਮਿਕਤਾ ਦਿੱਤੀ ਤੇ ਉਹ ਸੀ ਕਿ ਆਮ ਸ਼ਹਿਰੀ ਦੀ ਜ਼ਿੰਦਗੀ ਵਿੱਚ ਕਿਵੇਂ ਬਦਲਾਅ ਆਵੇ, ਆਮ ਸ਼ਹਿਰੀ ਦੀ ਜ਼ਿੰਦਗੀ ਕਿਵੇਂ ਆਸਾਨ ਹੋਵੇ। ਤੇ ਐਸੇ ਜਜ਼ਬੇ ਨਾਲ, ਐਸੇ ਸੋਚ ਨਾਲ ਉਨ ਬੁਨਿਆਦੀ ਬਿੰਦੂਆਂ ਨੂੰ, ਉਨ ਬੁਨਿਆਦੀ ਮੁੱਦਿਆਂ ਨੂੰ ਤਵੱਜੋ ਮਿਲੀ ਜਿਨ੍ਹਾਂ ਨੂੰ ਸ਼ਾਇਦ ਪਹਿਲੇ ਤਵੱਜੋ ਦੇ ਕਾਬਿਲ ਨਹੀਂ ਸੀ ਸਮਝਿਆ ਗਿਆ। ਉਹ ਭਾਵੇਂ ਸਵੱਛਤਾ ਦਾ ਬਿੰਦੂ ਹੈਗਾ, ਭਾਵੇਂ ਸਵਾਸਥ ਦਾ ਬਿੰਦੂ ਹੈਗਾ, ਭਾਵੇਂ ਸਿੱਖਿਆ ਦਾ ਬਿੰਦੂ ਹੈਗਾ। ਅਸੀਂ ਸਾਰਿਆਂ ਵੇਖਿਆ ਜਿਸਲੇ ਕੋਵਿਡ ਦੀ ਮੁਸੀਬਤ ਮੁਲਕ ਤੇ ਆਈ ਤੇ ਤੁਹਾਡੀ ਰਹਿਨੁਮਾਈ ਵਿੱਚ ਹਿੰਦੁਸਤਾਨ ਨੇ ਕਾਮਯਾਬ ਜੰਗ ਲੜ ਕੇ ਜਿਹੜੀ ਫਤਿਹ ਹਾਸਲ ਕੀਤੀ ਉਹ ਦੁਨੀਆ 'ਚ ਆਪਣੇ ਤੌਰ ਤੇ ਇੱਕ ਮਿਸਾਲ ਬਣ ਗਈ। ਤੇ ਅੱਜ ਦਾ ਜਿਹੜਾ ਇਹ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਇੱਥੇ ਮੁਨੱਕਦ ਕੀਤਾ ਜਾ ਰਿਹਾ ਹੈ ਇਹ ਵੀ ਉਸੇ ਅਹਿਦ ਦਾ ਇੱਕ ਕੜੀ ਵੇ। ਤੁਹਾਡੀ ਸਰਬਰਾਹੀ ਵਿੱਚ ਭਾਰਤ ਸਰਕਾਰ ਨੇ ਇੱਕ ਅਹਿਦ ਕੀਤਾ ਸੀ ਤੇ ਉਹ ਅਹਿਦ ਸੀ ਅਫੋਰਡੇਬਲ ਹੈਲਥ, ਐਕਸੈਸਿਬਲ ਹੈਲਥ। ਅਸੀਂ ਉਹ ਜ਼ਮਾਨਾ ਵੀ ਵੇਖਿਆ ਹੈ ਜਿਸੇ ਘਰ ਕੁੰਬੇ ਵਿੱਚ ਕਿਸੇ ਨੂੰ ਕੈਂਸਰ ਹੋ ਜਾਂਦਾ ਸੀ ਤੇ ਬੇਹਾਲੀ ਦਾ ਆਲਮ ਛਾ ਜਾਂਦਾ ਸੀ ਤੇ ਪਰਿਵਾਰ ਦੇ ਸਦੱਸ ਇਹੋ ਹੀ ਦੁਆ ਕਰਦੇ ਕਿ ਕਾਸ਼ ਸਾਡਾ ਵੀ ਕੋਈ ਵਸੀਲਾ ਹੁੰਦਾ, ਸਾਡਾ ਵੀ ਕੋਈ ਜ਼ਰੀਆ ਹੁੰਦਾ, ਸਾਡੇ ਮਰੀਜ਼ ਨੂੰ ਵੀ ਕੋਈ ਬੰਬਈ ਲੈ ਜਾਂਦਾ। ਸੋ ਅਸੀਂ ਸੁਣਿਆ ਹੁਣੇ ਡਾਕਟਰ ਜਤਿੰਦਰ ਸਿੰਘ ਯੂਨੀਅਨ ਮਿਨਿਸਟਰ ਫॉर ਸਟੇਟ ਐਟੋਮਿਕ ਐਨਰਜੀ। ਸੋ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਜਿਹੜੇ ਉੱਥੇ ਰੱਖੇ। ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਕਿ ਪ੍ਰੀਵੈਂਟਿਵ ਜਿਹੜਾ ਸਾਡਾ ਟ੍ਰੀਟਮੈਂਟ ਹੈ ਇਸ ਉੱਤੇ ਸਟ੍ਰੈਸ ਦਿੱਤਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਸੋ ਪ੍ਰੀਵੈਂਟਿਵ ਟ੍ਰੀਟਮੈਂਟ ਦੀ ਕਿਸ ਤਰੀਕੇ ਨਾਲ ਤੁਸੀਂ ਆਪਣੇ ਸ਼ਬਦਾਂ ਵਿੱਚ ਕੀ ਦੇਖਦੇ ਹੋ? ਪ੍ਰੀਵੈਂਟਿਵ ਟ੍ਰੀਟਮੈਂਟ ਇੱਕ ਬਹੁਤ ਹੀ ਲੰਬਾ ਚੌੜਾ ਇੱਕ ਸਾਡਾ ਪ੍ਰੋਜੈਕਟ ਬਣਦਾ ਹੈ ਜਿਹਦੇ 'ਚ ਕਿ ਸਭ ਤੋਂ ਪਹਿਲਾਂ ਸਮੋਕਿੰਗ, ਸ਼ਰਾਬ ਔਰ ਦੇਸ਼ ਦੇ ਵਿੱਚ ਐਕਸਰਸਾਈਜ਼ ਕਰਨ ਦਾ ਇੱਕ ਜਿਹੜਾ ਹੈਗਾ ਸਾਨੂੰ ਪ੍ਰਥਾ ਚਲਾਉਣੀ ਪਏਗੀ ਕਿ ਹਰ ਬੰਦੇ ਨੇ ਕੋਈ ਨਾ ਕੋਈ ਐਕਸਰਸਾਈਜ਼ ਕਰਨੀ ਹੈ। ਫਿਰ ਪੋਲਿਊਸ਼ਨ, এনवायरमेंटल ਪੋਲਿਊਸ਼ਨ ਨੂੰ ਟੈਕਲ ਕਰਨਾ ਪਏਗਾ। ਪੋਲਿਊਸ਼ਨ ਦੇ ਵਿੱਚ ਜੋ ਸਾਡੇ ਹਵਾ ਦੇ ਵਿੱਚ ਡਸਟ ਹੈ, ਸਲਫਰ ਡਾਈਆਕਸਾਈਡ ਹੈ, ਇੰਡਸਟਰੀਅਲ ਪੋਲੂਟੈਂਟਸ ਹੈਗੇ ਹੋਰ, ਜਾਂ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਹੋਇਆ ਉਹਦੇ ਜਿੰਨੇ ਪੈਸਟੀਸਾਈਡਸ, ਇਨਸੈਕਟੀਸਾਈਡਸ ਜਿੰਨੇ ਅਸੀਂ ਵਰਤੇ, ਸਾਡੀ ਫਸਲ ਤਾਂ ਬਹੁਤ ਵੱਧ ਗਈ ਪਰ ਨਾਲ ਦੀ ਨਾਲ ਸਾਡਾ ਕੈਂਸਰ ਦਾ ਰੇਟ ਵੀ ਵੱਧ ਗਿਆ। ਪਾਣੀ ਦੇ ਵਿੱਚ ਪਾਣੀ ਦੇ ਵਿੱਚ ਵੀ ਸਾਡਾ ਪੋਲਿਊਸ਼ਨ ਚਲਾ ਗਿਆ। ਜਿੰਨੇ ਹੈਗਾ ਜਿਹੜਾ ਅਸੀਂ ਪਾਣੀ ਪੀਂਦੇ ਹਾਂ ਸਾਨੂੰ ਉਹਦੇ ਤੇ ਵੀ ਯਕੀਨ ਨਹੀਂ ਹੈ ਕਿ ਉਹ ਸਾਡੇ ਯੂਰੇਨੀਅਮ ਦੇ ਟ੍ਰੇਸਿਸ ਸਾਡੇ ਪਾਣੀ ਦੇ ਵਿੱਚ ਪਾਏ ਗਏ। ਸੋ ਇਹ ਸਾਰੀਆਂ ਚੀਜ਼ਾਂ ਕੈਂਸਰ ਕਾਜ਼ ਕਰਦੀਆਂ ਔਰ ਇਹਨਾਂ ਚੀਜ਼ਾਂ ਨੂੰ ਪ੍ਰੀਵੈਂਟ ਕਰਨ ਲਈ ਇੱਕ ਇੱਕ ਕਰਕੇ ਸਾਨੂੰ ਟੈਕਲ ਕਰਨਾ ਪਏਗਾ। ਔਰ ਉਹੀ ਮੇਰਾ ਖਿਆਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਜੀ ਦਾ ਇਹੀ ਇੱਕ ਮਿਸ਼ਨ ਹੈਗਾ, ਜਲ ਸ਼ਕਤੀ ਮਿਸ਼ਨ ਹੈਗਾ, ਪੋਲਿਊਸ਼ਨ ਦੇ ਉੱਪਰ ਹੈਗਾ, ਸਵੱਛ ਭਾਰਤ ਮਿਸ਼ਨ ਹੈ, ਪਲਾਸਟਿਕ ਨੂੰ ਬੈਨ ਕਰਨ ਦਾ, ਪਲਾਸਟਿਕ ਦਾ ਯੂਜ਼ ਘਟਾਉਣ ਦਾ ਮਿਸ਼ਨ ਹੈਗਾ। ਇਹ ਸਾਰੇ ਸਾਡੇ ਕੋਈ ਇੱਕ ਦਿਨ 'ਚ ਹੋਣ ਵਾਲਾ ਕੰਮ ਨਹੀਂ ਹੈ, ਇਹ ਸਾਡਾ ਬੜਾ ਲੰਬਾ ਪ੍ਰੋਜੈਕਟ ਹੈ। ਜੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਦੀ ਵਿਜ਼ਨ ਲਈਏ ਤਾਂ 25 ਸਾਲ ਦੇ ਵਿੱਚ ਉਹ ਸਾਨੂੰ ਉਸ ਲੈਵਲ ਤੇ ਲਿਜਾਣਾ ਚਾਹੁੰਦੇ ਆ ਜਿਸ ਲੈਵਲ ਤੇ ਕਿ ਸਾਡੇ ਜਿਹੜੀ ਦੇਸ਼ ਦੀ ਸਾਡੀ ਧਰਤੀ ਜਿਹੜੀ ਉਹ ਪੋਲਿਊਸ਼ਨ ਫ੍ਰੀ ਹੋ ਜਾਏਗੀ ਜੀ। ਹੁਣ ਤੁਸੀਂ ਦੇਖੋ ਕਿ ਗੰਗਾ ਮਿਸ਼ਨ ਸ਼ੁਰੂ ਹੋਏ ਸਾਡਾ 84 'ਚ ਸ਼ੁਰੂ ਹੋਇਆ ਸੀ ਗੰਗਾ ਕਲੀਨ ਕਰਨ ਦਾ ਮਿਸ਼ਨ, ਉਹ ਹਾਲੇ ਤੱਕ ਸਾਡਾ ਪੂਰਾ ਨਹੀਂ ਹੋਇਆ। ਹੁਣ ਉਹਨੂੰ ਅਸੀਂ ਇੰਪੀਟਸ ਦੇ ਕੇ ਅਸੀਂ ਉਹਨੂੰ ਸ਼ੁਰੂ ਕੀਤਾ। ਸਾਡੇ ਨੇੜੇ ਅਸੀਂ ਜੇ ਲਗਾਈਏ ਕਾਲੀ ਬੇਨ ਜਿਹੜੀ ਹੈਗੀ ਦਰਿਆ ਉਹਨੂੰ ਸਾਫ਼ ਕਰਨ ਦਾ ਮਿਸ਼ਨ ਸਾਡਾ ਚੱਲ ਰਿਹਾ, ਬਾਬਾ ਸੀਚੇਵਾਲ ਜੀ ਚਲਾ ਰਹੇ ਆ, ਉਹ ਵੀ ਹਾਲੇ ਸਾਡਾ ਪੂਰਾ ਨਹੀਂ ਹੋਇਆ ਜੀ। ਸੋ ਕਿਤੇ ਨਾ ਕਿਤੇ ਸਾਨੂੰ ਆਪਣੀਆਂ ਨਦੀਆਂ ਜਿਹੜੀਆਂ ਉਹਨਾਂ ਨੂੰ ਔਰ ਖਾਸ ਕਰਕੇ ਪੋਲਿਊਸ਼ਨ ਦੇ ਕੰਟੈਂਟ ਜਿਹੜੇ ਆ ਉਹਨੂੰ
ਖਤਮ ਹਵਾ, ਕਰਨਾ ਪਾਣੀ, ਪਏਗਾ ਧਰਤੀ, ਹਵਾ ਜੀ। ਪਾਣੀ ਧਰਤੀ, ਤਿੰਨੇ ਚੀਜ਼ਾਂ ਜਦੋਂ ਅਸੀਂ ਤਿੰਨੇ ਕਰਾਂਗੇ ਚੀਜ਼ਾਂ, ਤਾਂ ਹੀ ਅਸੀਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਜਿਹੜੀ ਹੈ ਇਸ ਤੋਂ ਬਚ ਸਕਦੇ ਹਾਂ। ਔਰ ਇਸੇ ਹਸਪੀਟਲ ਦੇ ਵਿੱਚ ਕਿਸ ਤਰੀਕੇ ਦੀਆਂ ਕੈਂਸਰ ਟ੍ਰੀਟਮੈਂਟ ਵਾਸਤੇ ਕੀ ਫੈਸਿਲਿਟੀਜ਼ ਹੈ, ਕਿਸ ਤਰੀਕੇ ਨਾਲ ਇਲਾਜ ਹੋ ਸਕਦਾ ਹੈ, ਕਿਹੜੀਆਂ ਉੱਥੇ ਜਿਹੜੀਆਂ ਸਕੀਮਸ ਜਿਹੜੀਆਂ ਚੱਲਣਗੀਆਂ, ਉਹ ਸਾਰੀ ਦੀ ਜਾਣਕਾਰੀ ਜਿਹੜੀ ਆ ਉੱਥੋਂ ਦੇ ਡਾਇਰੈਕਟਰ ਜਿਹੜੇ ਆ ਡਾਕਟਰ ਆਸ਼ੀਸ਼ ਗੁਲੀਆ ਜੀ ਨੇ ਦਿੱਤੀ। ਸੋ ਉਹਨਾਂ ਦੀ ਅਸੀਂ ਗੱਲਬਾਤ ਜਿਹੜੀ ਹੈ ਉਹ ਦੇਖਦੇ ਜੀ। जहां पर ये 300 बेडेड कैंसर केयर फैसिलिटी, जहां पर हर प्रकार के विशेष इलाज उपलब्ध हैं, जिसमें कि हर तरीके के जो कैंसर हैं उनको हम ट्रीट कर सकते हैं। यहाँ पर सर्जिकल ऑन्कोलॉजी, मेडिकल ऑन्कोलॉजी, रेडिएशन ऑन्कोलॉजी जैसे डिपार्टमेंट्स हैं जो कि कैंसर केयर में लगते हैं और कैंसर को ठीक करने के लिए उनकी खास ज़रूरत है। कैंसर के डायग्नोसिस के लिए यहाँ पर पैथोलॉजी, माइक्रोबायोलॉजी, बायोकेमिस्ट्री जैसे डिपार्टमेंट्स भी उपलब्ध हैं। इसके साथ साथ स्टेट ऑफ आर्ट डिपार्टमेंट ऑफ रेडियो डायग्नोसिस, जहाँ पर हमारे पास सीटी स्कैन, एमआरआई, अल्ट्रासाउंड, डिजिटल रेडियोग्राफी की सभी सुविधाएं उपलब्ध हैं। डिपार्टमेंट ऑफ रेडियोथेरेपी में बेहद आधुनिक तकनीकों से सुसज्जित ये डिपार्टमेंट, जहां हमारे पास लिनैक मशीनें ऑन ब्रैकीथेरेपी की फैसिलिटीज़ भी अवेलेबल है। तो ये एक अच्छा टर्शरी कैंसर केयर सेंटर है जो कि ना कि पंजाब के लोगों को बल्कि आसपास के राज्यों के प्रांतों के अनेक लोगों के लिए बहुत ही सहायक होगा। ਡਾਕਟਰ ਸਾਹਿਬ ਇੱਕ ਚੀਜ਼ ਜਿਹੜੀ ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ ਕਿ ਪ੍ਰਾਈਮ ਮਿਨਿਸਟਰ ਜੀ ਨੇ ਜਿਸ ਤਰ੍ਹਾਂ ਪ੍ਰੀਵੈਂਟਿਵ ਟ੍ਰੀਟਮੈਂਟ ਦੀ ਗੱਲ ਕੀਤੀ, ਉਹਦੇ ਵਿੱਚ ਖਾਸ ਕਰਕੇ ਯੋਗਾ ਦਾ ਬੜਾ ਜ਼ੋਰ ਜਿਹੜਾ ਦਿੱਤਾ ਕਿ ਅਸੀਂ ਰੋਗ ਹੋਣ ਨਾ ਦਈਏ, ਕਿਉਂਕਿ ਅਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਰਹੇ ਹਾਂ ਔਰ ਉਹਦੇ ਨਾਲ ਸਟ੍ਰੈਸ ਜਿਹੜਾ ਹਸਪੀਟਲਸ ਉੱਤੇ ਵੱਧਦਾ ਜਾ ਰਿਹਾ। ਸੋ ਉਹਨੂੰ ਰੋਕਣ ਵਾਸਤੇ ਯੋਗਾ ਵਰਗੇ ਜਾਂ ਫਿਟ ਇੰਡੀਆ ਅਗਰ ਗੱਲ ਕਰੀਏ, ਇਹਨਾਂ ਦੀ ਭੂਮਿਕਾ ਨੂੰ ਤੁਸੀਂ ਇਹਨਾਂ ਅਭਿਆਨ ਨੂੰ ਇਹਦੇ ਨਾਲ ਅਗਰ ਕੋਰਿਲੇਟ ਕਰੋ ਤਾਂ ਇਹ ਵੀ ਸਾਡਾ ਇੱਕ ਬਹੁਤ ਵੱਡਾ ਅਭਿਆਨ ਸਾਨੂੰ ਲੋੜ ਹੈ ਚਲਾਉਣ ਦੀ, ਜਿਹੜਾ ਕਿ ਪ੍ਰਧਾਨ ਮੰਤਰੀ ਜੀ ਨੇ ਚਲਾਇਆ ਵੀ ਹੈ। ਇਹਦੇ 'ਚ ਅਸੀਂ ਇੱਕ ਇੱਕ ਕਰਕੇ ਲਈਏ। ਪਹਿਲਾਂ ਤਾਂ ਅਸੀਂ ਹੈਲਥ ਐਜੂਕੇਸ਼ਨ ਜਿਹੜੀ ਹੈ ਜੀ, ਹੈਲਥ ਐਜੂਕੇਸ਼ਨ ਦੇ ਵਿੱਚ ਸਾਨੂੰ ਸਮੋਕਿੰਗ, ਅਲਕੋਹਲ, ਐਕਸਰਸਾਈਜ਼ ਦਾ ਮੈਂ ਪਹਿਲਾਂ ਹੀ ਦੱਸ ਦਿੱਤਾ ਹੈਗਾ। ਡਾਇਟ ਸਾਡੀ ਜੀ, ਅਸੀਂ ਜਿੰਨੀ ਬੈਲੈਂਸ ਡਾਇਟ ਜੋ ਅਸੀਂ ਡਾਇਟ ਖਾ ਰਹੇ ਹਾਂ, ਜੰਕ ਫੂਡ ਖਾ ਰਹੇ ਹਾਂ, ਜਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਅਸੀਂ ਸਮੋਸਾ ਖਾਂਦੇ ਹਾਂ ਜੀ, ਉਹ ਸਮੋਸਾ ਅਸੀਂ ਇਹ ਸੋਚ ਕੇ ਖਾਂਦੇ ਕਿ ਬੜਾ ਸਵਾਦ ਹੈ, ਪਰ ਮੇਰਾ ਖਿਆਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੋਏਗਾ ਕਿ ਸਮੋਸਾ ਵੀ ਕੈਂਸਰ ਕਰ ਸਕਦਾ। ਉਹ ਕਿਸ ਤਰ੍ਹਾਂ? ਜਿਹੜਾ ਤੇਲ ਹੈ ਸਮੋਸੇ ਦਾ, ਉਹ ਅਸੀਂ ਬਾਰ-ਬਾਰ ਉਹਨੂੰ ਗਰਮ ਕਰਦੇ ਹਾਂ, ਰੀਹੀਟ ਕਰਦੇ ਹਾਂ। ਉਹ ਤੇਲ ਜਿਹੜਾ ਤੇਲ ਨਹੀਂ ਰਹਿ ਜਾਂਦਾ, ਇੱਕ ਕਾਰਸੀਨੋਜੈਨਿਕ ਕੈਂਸਰ ਪੈਦਾ ਕਰਨ ਵਾਲਾ ਸਬਸਟੈਂਸ ਬਣ ਜਾਂਦਾ। ਔਰ ਜਿਹੜਾ ਅਸੀਂ ਸਮੋਸਾ ਉਸ ਤੇਲ ਦੇ ਵਿੱਚ ਤਲਿਆ ਖਾਧਾ, ਉਹ ਸਾਡੇ ਸਰੀਰ ਦੇ ਵਿੱਚ ਕੈਂਸਰ ਕਰ ਸਕਦਾ ਜੀ। ਇਸੇ ਤਰੀਕੇ ਨਾਲ ਸ਼ਰਾਬ ਇੱਕ ਪੰਜਾਬ ਦੇ ਵਿੱਚ ਖਾਸ ਕਰ ਇੱਕ ਸਾਡੇ ਲੋਕਾਂ ਨੂੰ ਵਹਿਮ ਹੈ ਕਿ ਚੀਨੀ ਵੀ ਕੈਂਸਰ ਕਰਦੀ ਹੈ। ਚੀਨੀ ਡਾਇਰੈਕਟਲੀ ਕੈਂਸਰ ਨਹੀਂ ਕਰਦੀ, ਪਰ ਚੀਨੀ ਦੇ ਨਾਲ ਜਿਹੜਾ ਮੋਟਾਪਾ ਹੁੰਦਾ ਉਹ ਕੈਂਸਰ ਦਾ ਇੱਕ ਕਾਰਨ ਜੀ ਹੋ ਜਾਂਦਾ। ਸੋ ਕਿਤੇ ਨਾ ਕਿਤੇ ਅਣਜਾਣੇ ਵਿੱਚ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਸਹੇੜ ਲੈਂਦੇ ਔਰ ਖਾਸ ਕਰਕੇ ਕੈਂਸਰ ਵਰਗੀ ਬਿਮਾਰੀ ਦਾ ਵੀ ਸ਼ਿਕਾਰ ਹੋ ਜਾਂਦੇ, ਕਿਉਂਕਿ ਜਾਣਦੇ ਨਹੀਂ ਆ ਕਿ ਅਸੀਂ ਇੱਕ ਛੋਟੀ ਛੋਟੀ ਚੀਜ਼ ਜਿਹੜੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਸਮੋਸਾ ਅਗਰ ਉਹ ਤੇਲ ਜਿਹੜਾ ਹੈ ਜਦੋਂ ਅਸੀਂ ਹੀਟ ਕਰਦੇ ਹਾਂ ਤਾਂ ਉਹਦੇ ਨਾਲ ਵੀ ਕਾਰਨ ਜਿਹੜਾ ਬਣਦਾ। ਡਾਕਟਰ ਸਾਹਿਬ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਇੱਕ ਚੀਜ਼ ਜਿਹੜੀ ਬੜਾ ਜ਼ੋਰ ਦਿੱਤਾ ਕੱਲ੍ਹ ਕਿ ਅਸੀਂ ਪਿੰਡ ਪੱਧਰ ਦੇ ਉੱਤੇ ਹੈਲਥ ਕੇਅਰ ਨੂੰ ਇੰਨਾ ਕੁ ਮਜ਼ਬੂਤ ਕਰਨਾ ਕਿ ਅਰਲੀ ਡਿਟੈਕਸ਼ਨ ਆਫ ਡਿਜ਼ੀਜ਼ ਕਰ ਸਕੀਏ ਤਾਂ ਕਿ PGI ਜਾਂ ਵੱਡੇ ਹਸਪੀਟਲ ਏਮਸ ਵਰਗੇ ਉਹਨਾਂ ਉੱਤੇ ਬਹੁਤ ਜ਼ਿਆਦਾ ਲੋਡ ਨਾ ਪਵੇ। ਸੋ ਇਹ ਕਿੰਨਾ ਕੁ ਕਾਰਗਰ ਆ, ਕਿਸ ਤਰੀਕੇ ਨਾਲ ਸੰਭਵ ਆ ਔਰ ਕਿਸ ਤਰੀਕੇ ਦੇ ਨਾਲ ਇਹ ਵਿਜ਼ਨ ਜਿਹੜਾ ਪ੍ਰਾਈਮ ਮਿਨਿਸਟਰ? ਸਭ ਤੋਂ ਵੱਡੀ ਜਿਹੜੀ ਸਾਡੇ ਅੱਗੇ ਜੋ ਰੁਕਾਵਟ ਹੈ ਉਹ ਹੈ ਪੈਸੇ ਦੀ ਜੀ। ਇਹ ਜਿੰਨੀ ਵੀ ਹੈਲਥ ਕੇਅਰ ਅਸੀਂ ਜੋ ਥੱਲੇ ਤੱਕ ਲੈ ਕੇ ਜਾਣੀ ਹੈ, ਪਿੰਡ ਪੱਧਰ ਤੱਕ ਲੈ ਕੇ ਜਾਣੀ ਹੈ, ਉਹਦੇ ਲਈ ਪੈਸਾ ਚਾਹੀਦਾ ਜੀ। ਪਰ ਸਾਡਾ ਹੈਲਥ ਬਜਟ ਜਿਹੜਾ ਹੈਗਾ ਉਹ ਬਹੁਤ ਥੋੜਾ ਹੈ। ਸਾਡੇ ਜਿਹੜਾ ਅੱਜ ਤੱਕ ਜੋ ਐਮਫੈਸਿਸ ਰਿਹਾ ਉਹ ਰਿਹਾ ਟਰਸ਼ਰੀ ਹੈਲਥ ਕੇਅਰ ਤੇ ਜੀ। ਅਸੀਂ ਏਮਸ ਬਣਾਤੇ, ਹੋਰ ਵੱਡੇ ਵੱਡੇ ਹਸਪੀਟਲ PGI ਬਣਾਤਾ, ਪਰ ਅਸੀਂ ਪਿੰਡਾਂ ਦੇ ਵਿੱਚ ਨਾ ਤਾਂ ਪ੍ਰਾਇਮਰੀ ਹੈਲਥ ਸੈਂਟਰ ਬਣਾ ਸਕੇ, ਨਾ ਹੀ ਅਸੀਂ ਉੱਥੇ ਡਾਕਟਰ
ਲਿਜਾ ਸਕੇ ਜੀ ਉਹਦੇ ਕਰਕੇ ਕਿ ਜਿਹੜਾ ਬੇਸਿਕ ਪਿੰਡਾਂ ਦਾ ਜਿਹੜੀ ਸਾਡੀ ਪੋਪੂਲੇਸ਼ਨ ਸੀ ਉਹ ਹੈਲਥ ਕੇਅਰ ਤੋਂ ਉਹਨੂੰ ਮਿਲੇ ਨਹੀਂ ਪਾਈ ਪ੍ਰੋਪਰ ਹੈਲਥ ਕੇਅਰ ਜੀ ਤੇ ਅਸੀਂ ਉਸ ਚੀਜ਼ ਨੂੰ ਹੁਣ ਕਰੈਕਸ਼ਨ ਭਾਰਤ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੈਲਨੈਸ ਸੈਂਟਰਸ ਬਣ ਰਹੇ ਆ ਜਿਹੜੇ ਰੂਰਲ ਹੈਲਥ ਮਿਸ਼ਨ ਜਿਹੜੇ ਹੈਗੇ ਉਹ ਚੱਲ ਰਹੇ ਆ ਡਾਕਟਰਸ ਵਾਸਤੇ ਪਿੰਡਾਂ ਦੀ ਨੌਕਰੀ ਕੰਪਲਸਰੀ ਕਰ ਦਿੱਤੀ ਗਈ ਹੈ ਬੜੀ ਇਨਵੈਸਟਮੈਂਟ ਜਿਹੜੀ ਹੈਗੀ ਆ ਉਹ ਪਿੰਡਾਂ ਦੇ ਉੱਪਰ ਪਿੰਡਾਂ ਦੇ ਵਿੱਚ ਹੋ ਰਹੀ ਹੈ ਤੇ ਸਬਸਿਡਰੀ ਹੈਲਥ ਸੈਂਟਰ ਬਣ ਰਹੇ ਨੇ ਹੁਣ ਜਿਹੜੇ ਆਯੂਸ਼ ਕਲੀਨਿਕ ਬਣਨੇ ਸ਼ੁਰੂ ਹੋ ਗਏ ਆ ਇਹ ਸਾਰੀਆਂ ਚੀਜ਼ਾਂ ਸਾਡੀ ਬੇਸਿਕ ਹੈਲਥ ਕੇਅਰ ਨੂੰ ਸਾਡੇ ਪਿੰਡਾਂ 'ਚ ਲੈ ਜਾਏਗੀ ਔਰ ਜਦੋਂ ਉੱਥੇ ਚਲੇ ਜਾਣਗੇ ਤੇ ਉੱਥੇ ਨੈਚੁਰਲੀ ਡਾਇਗਨੋਸਿਸ ਪਹਿਲਾਂ ਹੋਣਾ ਸ਼ੁਰੂ ਹੋ ਜਾਏਗਾ ਜੀ ਠੀਕ ਟਾਈਮ ਤੇ ਮਰੀਜ਼ ਜਿਹੜਾ ਰੈਫਰ ਹੋ ਸਕਦਾ ਠੀਕ ਜਗ੍ਹਾ ਤੇ ਭੇਜਿਆ ਜਾ ਸਕਦਾ ਜੀ ਸੋ ਆਮ ਤੌਰ ਤੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਅਸੀਂ ਹਸਪੀਟਲ ਦੇ ਵਿੱਚ ਇੰਨੀ ਦੇਰੀ ਨਾਲ ਪਹੁੰਚਦੇ ਔਰ ਕਈ ਵਾਰੀ ਸਾਨੂੰ ਬਿਮਾਰੀ ਦਾ ਪਤਾ ਨਹੀਂ ਲੱਗਦਾ ਡਾਕਟਰ ਸਾਹਿਬ ਇੱਕ ਚੀਜ਼ ਜਿਹੜੀ ਆਮ ਤੌਰ ਤੇ ਅਸੀਂ ਕੈਂਸਰ ਵਰਗੀ ਬਿਮਾਰੀ ਦੇ ਨਾਲ ਜਦੋਂ ਜੁੜੇ ਹੁੰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਮਨ 'ਚ ਇੱਕ ਬੜਾ ਪੈਨਿਕ ਹੁੰਦਾ ਕਿ ਇਹਦਾ ਇਲਾਜ ਬੜਾ ਮਹਿੰਗਾ ਹੈ ਜਾਂ ਇਹਦੇ ਵਿੱਚ ਸ਼ਾਇਦ ਮਰੀਜ਼ ਨੇ ਬਚਣਾ ਨਹੀਂ ਕਿੰਨੇ ਕੁ ਪਰਸੈਂਟ ਕਿਸ ਤਰੀਕੇ ਦੇ ਨਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਪਾਓਗੇ ਕਿ ਕੈਂਸਰ ਜਿਹੜਾ ਹੈ ਉਹ ਇਲਾਜ ਦੇ ਯੋਗ ਬਿਮਾਰੀ ਹੈ ਇਸ ਦਾ ਇਲਾਜ ਹੋ ਸਕਦਾ ਔਰ ਬਿਲਕੁਲ ਕੈਂਸਰ ਇਲਾਜਯੋਗ ਬਿਮਾਰੀ ਹੈ ਔਰ ਅੱਜ ਦੀ ਡੇਟ 'ਚ ਬਹੁਤ ਸਾਰੇ ਕੈਂਸਰ ਅਸੀਂ ਕਿਉਰ ਕਰ ਸਕਦੇ ਹਾਂ ਜੀ ਅੱਗੇ ਸਾਡਾ ਸੀਗਾ ਕੰਟਰੋਲ ਕੈਂਸਰ ਨੂੰ ਕੰਟਰੋਲ ਕਰਨਾ ਹੁਣ ਅਸੀਂ ਤਕਰੀਬਨ ਸਾਰੇ ਕੈਂਸਰ ਕੰਟਰੋਲ ਤਾਂ ਕਰ ਹੀ ਸਕਦੇ ਹਾਂ ਪਰ ਬਹੁਤ ਸਾਰੇ ਕੈਂਸਰ ਇਹੋ ਜਿਹੇ ਨੇ ਜਿਹੜੇ ਕਿ ਅਸੀਂ ਕਿਉਰ ਕਰ ਸਕਦੇ ਹਾਂ ਜੀ ਜਿਨ੍ਹਾਂ ਦੇ ਵਿੱਚ ਸਾਡੇ ਰੈਪਿਡ ਸਟਰਾਈਡਸ ਹੋਈਆਂ ਬ੍ਰੈਸਟ ਕੈਂਸਰ ਦੀ ਮੈਨੇਜਮੈਂਟ ਦੇ ਵਿੱਚ ਯੂਰੋਲੋਜੀ ਦੇ ਕੈਂਸਰਸ ਗੁਰਦੇ ਦੇ ਕੈਂਸਰ ਦੀ ਮੈਨੇਜਮੈਂਟ ਦੇ ਵਿੱਚ ਜਿਹੜਾ ਮਸਾਣਾ ਹੈ ਸਾਡਾ ਉਹਦੇ ਕੈਂਸਰ ਦੇ ਮੈਨੇਜਮੈਂਟ ਦੇ ਵਿੱਚ ਸਾਡੇ ਅਸੀਂ ਹੁਣ ਸਾਡੇ ਕੋਲ ਪੇਸ਼ੈਂਟਸ ਹੈਗੇ ਜਿਹੜੇ ਪਿਛਲੇ 30 ਸਾਲ ਤੋਂ ਫਾਲੋ ਅਪ 'ਚ ਨੇ ਔਰ ਠੀਕ ਨੇ ਉਹ ਜੀ ਸੋ ਕੈਂਸਰ ਜਿਹੜਾ ਹੈ ਇਲਾਜ ਵਾਲੀ ਬਿਮਾਰੀ ਹੈ ਇਸ ਦਾ ਇਲਾਜ ਹੋ ਸਕਦਾ ਹੈ ਡਾਕਟਰ ਸਾਹਿਬ ਕਿਉਂਕਿ ਇਸ ਜਿਹੜਾ ਸੈਂਟਰ ਜਿਹੜਾ ਕੱਲ ਪ੍ਰਾਈਮ ਮਿਨਿਸਟਰ ਨੇ ਡੈਡੀਕੇਟ ਕੀਤਾ ਇਹਦੇ ਵਿੱਚ ਰਿਸਰਚ ਦੀ ਵੀ ਵਿਵਸਥਾ ਹੈ ਔਰ ਟੈਕਨੋਲੋਜੀ ਜਿਹੜਾ ਹੈ ਉਸ ਦਾ ਇਸਤੇਮਾਲ ਹੋਏਗਾ ਸੋ ਟੈਕਨੋਲੋਜੀ ਕਿੱਡਾ ਕੁ ਵੱਡਾ ਰੋਲ ਪਲੇ ਕਰਦੀ ਹੈ ਖਾਸ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਪਹਿਲਾਂ ਤਾਂ ਰਿਸਰਚ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਹਾਲੇ ਤੱਕ ਜਿੰਨੀ ਵੀ ਕੈਂਸਰ ਦੀ ਰਿਸਰਚ ਹੈ ਉਹਦਾ ਮੇਜਰ ਪਾਰਟ ਜੋ ਅਸੀਂ ਫੋਲੋ ਕਰ ਰਹੇ ਹਾਂ ਤੇ ਉਹ ਵੈਸਟਰਨ ਕੰਟਰੀਜ਼ ਦੇ ਵਿੱਚ ਜੋ ਰਿਸਰਚ ਹੋਈ ਹੈ ਜੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗਾ ਕਿ ਮਸਾਣੇ ਦਾ ਕੈਂਸਰ ਜਿਹੜਾ ਹੈਗਾ ਵੈਸਟਰਨ ਕੰਟਰੀਜ਼ ਨੇ ਇਹ ਕਹਿਤਾ ਕਿ ਉਹ ਸਮੋਕਿੰਗ ਕਰਕੇ ਹੁੰਦਾ ਜੀ ਪਰ ਸਾਡੇ ਪੰਜਾਬ ਦੇ ਵਿੱਚ ਦੇਖਣ ਦੇ ਵਿੱਚ ਆਇਆ ਕਿ ਮਸਾਣੇ ਦਾ ਕੈਂਸਰ ਅੰਮ੍ਰਿਤਧਾਰੀ ਸਿੱਖਾਂ ਦੇ ਵਿੱਚ ਹੋ ਰਿਹਾ ਜੀ ਇਹ ਰਿਸਰਚ ਦਾ ਵਿਸ਼ਾ ਹੈ ਜੀ ਇਸੇ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਟ੍ਰੀਟਮੈਂਟ ਜਿਹੜਾ ਹੈਗਾ ਉਹ ਸਾਡਾ ਕੀ ਹੈ ਕਿ ਹਾਲੇ ਤੱਕ ਇੱਕ ਕੈਂਸਰ ਦਾ ਮਰੀਜ਼ ਇੱਕ ਜਨਰਲ ਹਸਪੀਟਲ ਚਲ ਗਿਆ ਜਿਹੜਾ ਕਿ ਕੈਂਸਰ ਸਪੈਸ਼ਲਾਈਜ਼ਡ ਨਹੀਂ ਹੈ ਔਰ ਹੁਣ ਜਿਹੜਾ ਹੋਮੀਓਪੈਥੀ ਕੈਂਸਰ ਇੰਸਟੀਚਿਊਟ ਹੈ ਇਹ ਸਿਰਫ ਔਰ ਸਿਰਫ ਕੈਂਸਰ ਵਾਸਤੇ ਬਣਿਆ ਉਹਨੂੰ ਇੱਕ ਛੱਤ ਥੱਲੇ ਹਰ ਚੀਜ਼ ਮਿਲ ਜਾਏਗੀ ਸੋ ਕਿਤੇ ਨਾ ਕਿਤੇ ਇੱਕ ਛੱਤ ਥੱਲੇ ਜਿਹੜਾ ਹੈ ਪੂਰਾ ਕੈਂਸਰ ਦਾ ਟ੍ਰੀਟਮੈਂਟ ਮਿਲ ਜਾਣਾ ਔਰ ਹਰ ਤਰ੍ਹਾਂ ਦੇ ਕੈਂਸਰ ਦਾ ਉੱਥੇ ਇਲਾਜ ਹੋ ਸਕੇਗਾ ਇਹ ਨਾਰਥਰਨ ਇੰਡੀਆ ਵਾਸਤੇ ਨਾਲ ਦੇ ਜਿਹੜੇ ਸਾਡੇ ਗੁਆਂਢੀ ਸੂਬੇ ਉਹਨਾਂ ਨੂੰ ਵੀ ਇਸ ਦਾ ਬਹੁਤ ਵੱਡਾ ਫਾਇਦਾ ਹੋਏਗਾ ਔਰ ਇਹ ਇੱਕ ਕਿਸਮ ਦੇ ਨਾਲ ਸਾਡੇ ਚੂੰਕਿ ਪੰਜਾਬ ਇੱਕ ਐਸਾ ਸੂਬਾ ਜਿੱਥੇ ਬਹੁਤ ਜ਼ਿਆਦਾ ਕੈਂਸਰ ਦੇ ਜਿਹੜੇ ਪੇਸ਼ੈਂਟਸ ਜਿਹੜੇ ਆ ਉਹਨਾਂ ਦੀ ਤਾਦਾਦ ਵੱਧਦੀ ਸੋ ਉਹਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗਾ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ